ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ ਤੇ ਇਸ ਵੇਲੇ ਦੀ ਵੱਡੀ ਖਬਰ ਕੋਰੋਨਾ ਵਾਇਰਸ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ 12 ਘੰਟਿਆਂ ਦੇ ਵਿੱਚ ਕੋਰੋਨਾ ਦੇ ਨਾਲ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਦੇ ਜਗਰਾਉਂ ਦੇ ਵਿੱਚ 70 ਸਾਲ ਦੇ ਇੱਕ ਬਜ਼ੁਰਗ ਨੇ ਦਮ ਤੋੜ ਦਿੱਤਾ ਹੈ। ਉਧਰ ਗੁਰਦਾਸਪੁਰ ਦੇ ਵਿੱਚ 75 ਸਾਲਾ ਬਜ਼ੁਰਗ ਨੇ ਵੀ ਜ਼ਿੰਦਗੀ ਦੀ ਜੰਗ ਹਾਰ ਦਿੱਤੀ ਹੈ ਕੋਰੋਨਾ ਵਾਇਰਸ ਦੇ ਅੱਗੇ। ਔਰ ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਦੇ ਵਿੱਚ 2 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਪੰਜਾਬ ਦੇ ਵਿੱਚ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ ਤੱਕ 269 ਹੋ ਚੁੱਕੀ ਹੈ ਤੇ ਲਗਾਤਾਰ ਕੋਰੋਨਾ ਵਾਇਰਸ ਕੋਵਿਡ-19 ਦਾ ਤਾਂਡਵ ਜਿਹੜਾ ਦੁਨੀਆ ਭਰ ਦੇ ਵਿੱਚ ਹਜੇ ਵੀ ਛਾਇਆ ਹੋਇਆ ਹੈ, ਕੋਹਰਾਮ ਮਚਿਆ ਹੋਇਆ ਹੈ। ਔਰ ਉਧਰ ਹੀ ਲਗਾਤਾਰ ਪੰਜਾਬ ਦੇ ਵਿੱਚ ਵੀ ਇਹ ਅੰਕੜਾ ਜਿਹੜਾ ਹੈ ਵੱਧ ਰਿਹਾ। ਹਾਲਾਂਕਿ ਰਿਕਵਰੀ ਰੇਟ ਹੈ, ਪਰ ਉਧਰ ਹੀ ਅਗਰ ਮੌਤਾਂ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 269 ਤੱਕ ਇਹ ਅੰਕੜਾ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ। ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਹ ਅੰਕੜਾ ਜਿਹੜਾ ਹੈ ਵੱਧ ਰਿਹਾ ਹੈ ਔਰ ਪੰਜਾਬ ਦੇ ਵਿੱਚ 12 ਘੰਟੇ ਵਿੱਚ ਕੋਰੋਨਾ ਦੇ ਨਾਲ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦੇ ਵਿੱਚ ਲੁਧਿਆਣਾ ਦੇ ਜਗਰਾਉਂ ਤੋਂ ਇੱਕ ਸ਼ਖਸ ਹੈ, ਗੁਰਦਾਸਪੁਰ ਦਾ ਇੱਕ ਸ਼ਖਸ ਹੈ ਔਰ ਉਧਰ ਫਿਰੋਜ਼ਪੁਰ ਔਰ ਹੁਸ਼ਿਆਰਪੁਰ ਦੇ ਵਿੱਚ 2 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਤੇ ਇੱਕ ਵਾਰ ਗ੍ਰਾਫਿਕਸ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਲੁਧਿਆਣਾ ਦੇ ਵਿੱਚ 1999 ਜਿਹੜੇ ਕੁੱਲ ਮਾਮਲੇ ਹੁਣ ਤੱਕ ਸਾਹਮਣੇ ਆਏ ਸੀ, ਜਿਹਨਾਂ ਚੋਂ ਪੋਜ਼ਿਟਿਵ 631 ਮਾਮਲੇ ਹਜੇ ਤੱਕ ਸਾਹਮਣੇ ਆਏ। ਔਰ ਉਧਰ ਰਿਕਵਰੀ ਰੇਟ ਦੀ ਅਗਰ ਗੱਲ ਕਰੀਏ ਤਾਂ 1309 ਲੋਕਾਂ ਨੇ ਕੋਰੋਨਾ ਨੂੰ ਮਾਤ ਪਾਈ। ਔਰ ਅਗਰ ਡੈਥ ਰੇਟ ਦੀ ਗੱਲ ਕਰੀਏ ਤੇ 49 ਲੋਕ ਅਜਿਹੇ ਨੇ ਜੋ ਕਿ ਜ਼ਿੰਦਗੀ ਦੀ ਜੰਗ ਹਾਰ ਗਏ ਕੋਰੋਨਾ ਵਾਇਰਸ ਦੇ ਅੱਗੇ। ਤੇ ਲੁਧਿਆਣਾ ਜੋ ਕਿ ਹਬ ਬਣਿਆ ਹੋਇਆ ਹੈ ਕੋਰੋਨਾ ਵਾਇਰਸ ਦਾ ਔਰ ਸਭ ਤੋਂ ਵੱਧ ਜਿਹੜੇ ਕੇਸ ਨੇ ਲੁਧਿਆਣਾ ਦੇ ਵਿੱਚ ਸਾਹਮਣੇ ਆਏ ਨੇ। ਗੁਰਦਾਸਪੁਰ ਦੀ ਗੱਲ ਕਰੀਏ 322 ਜਿਹੜੇ ਨੇ ਉਹ ਕੇਸ ਸਾਹਮਣੇ ਨੇ। ਪੋਜ਼ਿਟਿਵ 21 ਲੋਕ ਹਜੇ ਤੱਕ ਐਕਟਿਵ ਕੇਸਿਸ ਨੇ। ਰਿਕਵਰ 288 ਲੋਕਾਂ ਨੇ ਰਿਕਵਰ ਕੀਤਾ। ਉਧਰ ਡੈਥ ਰੇਟ ਦੀ ਗੱਲ ਕੀਤੀ ਜਾਏ ਤਾਂ 13 ਲੋਕ ਜਿਹੜੇ ਨੇ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਗੁਰਦਾਸਪੁਰ ਦੇ ਵਿੱਚ। ਤੇ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ 322 ਹੁਣ ਤੱਕ ਮਾਮਲੇ ਸਾਹਮਣੇ ਆਏ ਨੇ। ਉਧਰ ਹੁਸ਼ਿਆਰਪੁਰ ਦੇ ਵਿੱਚ 287 ਅਜਿਹੇ ਕੇਸ ਨੇ ਜਿਹੜੇ ਟੋਟਲ ਹੁਣ ਤੱਕ ਸਾਹਮਣੇ ਆਏ ਨੇ, ਜਿਨ੍ਹਾਂ ਚੋਂ 86 ਲੋਕ ਪੋਜ਼ਿਟਿਵ ਨੇ, ਹਜੇ ਵੀ ਐਕਟਿਵ ਨੇ। ਉਧਰ ਰਿਕਵਰੀ ਰੇਟ ਦੀ ਗੱਲ ਕਰੀ ਤੇ 190 ਲੋਕਾਂ ਨੇ ਰਿਕਵਰ ਕੀਤਾ ਹੈ ਔਰ 11 ਲੋਕਾਂ ਦੀ ਵਾਇਰਸ ਦੀ ਚਪੇਟ ਦੇ ਵਿੱਚ ਆਉਣ ਦੇ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮੌਤ ਹੋ ਚੁੱਕੀ ਹੈ। ਫਿਰੋਜ਼ਪੁਰ ਦੀ ਗੱਲ ਕਰੀਏ ਤੇ 234 ਜਿਹੜੇ ਟੋਟਲ ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਪੋਜ਼ਿਟਿਵ ਕੇਸਿਸ ਦੀ ਗੱਲ ਕਰੀਏ 112 ਐਕਟਿਵ ਕੇਸਿਸ ਨੇ। ਰਿਕਵਰੀ ਰੇਟ ਕੁਝ ਖਾਸ ਨਹੀਂ ਹੈ, 117 ਲੋਕਾਂ ਨੇ ਹੀ ਰਿਕਵਰ ਕੀਤਾ ਹੈ ਔਰ 5 ਲੋਕਾਂ ਦੀ ਹੁਣ ਤੱਕ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਮੌਤ ਹੋ ਚੁੱਕੀ ਹੈ। ਤੇ ਲਗਾਤਾਰ ਇਸ ਵਾਇਰਸ ਦੀ ਆਫਤ ਇਸ ਪੂਰੇ ਸਾਲ ਰਹੀ, ਬਰਕਰਾਰ ਰਹੀ ਔਰ ਜਲੰਧਰ ਵਿੱਚ ਵੀ ਹੌਟਸਪੌਟ ਜੋ ਕਿ ਜਲੰਧਰ ਬਣਿਆ ਹੋਇਆ ਹੈ, ਹੌਟਸਪੌਟ ਜਲੰਧਰ ਦੇ ਵਿੱਚ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਦੇ ਵਿੱਚ 40 ਨਵੇਂ ਮਾਮਲੇ ਜਿਹੜੇ ਨੇ ਇੱਕੋ ਵਾਰ ਚ ਸਾਹਮਣੇ ਆਏ ਨੇ। ਜ਼ਿਲ੍ਹੇ ਦੇ ਵਿੱਚ ਹੁਣ ਤੱਕ 1700 ਤੋਂ ਵੱਧ ਕੇਸ ਟੋਟਲ ਸਾਹਮਣੇ ਆ ਚੁੱਕੇ ਨੇ ਔਰ ਪੰਜਾਬ ਦੇ ਵਿੱਚ ਅਗਰ ਟੋਟਲ ਅੰਕੜੇ ਦੀ ਗੱਲ ਕੀਤੀ ਜਾਏ ਤੇ 11000 ਤੱਕ ਇਹ ਜਿਹੜਾ ਅੰਕੜਾ ਹੈ ਕੋਰੋਨਾ ਵਾਇਰਸ ਦਾ ਪਹੁੰਚ ਚੁੱਕਿਆ ਹੈ। ਤੇ ਨਿਊਜ਼ 18 ਵੀ ਤੁਹਾਨੂੰ ਇਹੀ ਅਪੀਲ ਕਰਦਾ ਹੈ ਕਿ ਇਸ ਵੇਲੇ ਵੀ ਤੁਹਾਨੂੰ ਪ੍ਰੀਕਾਸ਼ਨ ਲੈਣ ਦੀ ਬੇਹੱਦ ਜ਼ਰੂਰਤ ਹੈ, ਸੋਸ਼ਲ ਡਿਸਟੈਂਸ ਮੇਨਟੇਨ ਕਰਨ ਦੀ ਬੇਹੱਦ ਜ਼ਰੂਰਤ ਹੈ, ਕਿਉਂਕਿ ਅਨਲੌਕ ਦੇ ਵਿੱਚ ਆਮ ਜ਼ਿੰਦਗੀਆਂ ਤੇ ਚੱਲਣਗੀਆਂ ਹੀ, ਆਮ ਕਾਰੋਬਾਰ ਵੀ ਚੱਲਣਗੇ, ਪਰ ਉਸ ਦੌਰਾਨ ਆਪਣਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ। ਤੇ ਜਲੰਧਰ ਦੀ ਗੱਲ ਕਰ ਰਹੇ ਹਾਂ, ਹੌਟਸਪੌਟਸ ਦੇ ਵਿੱਚੋਂ ਹੈ ਜਲੰਧਰ ਪੰਜਾਬ ਦੇ ਵਿੱਚ, ਜਿੱਥੇ 40 ਨਵੇਂ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਅੱਜ ਹੀ। ਔਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ 1700 ਤੋਂ ਵੱਧ ਜਿਹੜੇ ਕੇਸ ਨੇ ਜਲੰਧਰ ਦੇ ਵਿੱਚੋਂ ਸਾਹਮਣੇ ਆ ਚੁੱਕੇ ਨੇ ਔਰ ਪੰਜਾਬ ਪੂਰੇ ਦੀ ਗੱਲ ਕੀਤੀ ਜਾਏ ਤੇ 11000 ਤੱਕ ਜਿਹੜਾ ਟੋਟਲ ਅੰਕੜਾ ਹੈ ਪੰਜਾਬ ਦਾ ਉਹ ਪਹੁੰਚ ਚੁੱਕਿਆ ਹੈ। ਗ੍ਰਾਫਿਕਸ ਦੇ ਜ਼ਰੀਏ ਥੋੜਾ ਹੋਰ ਸਮਝ ਲੈਣੇ ਆ। ਜਲੰਧਰ ਦੇ ਵਿੱਚ 1769 ਜਿਹੜੇ ਟੋਟਲ ਕੇਸ ਨੇ ਉਹ ਸਾਹਮਣੇ ਆਏ ਨੇ, ਜਿਨ੍ਹਾਂ ਚੋਂ ਹਜੇ ਵੀ 584 ਐਕਟਿਵ ਕੇਸ ਨੇ। ਔਰ ਰਿਕਵਰੀ ਰੇਟ ਦੀ ਗੱਲ ਕਰੀਏ ਤੇ 1151 ਲੋਕਾਂ ਨੇ ਰਿਕਵਰ ਕੀਤਾ ਹੈ, ਮਾਤ ਪਾਈ ਹੈ ਕੋਰੋਨਾ ਨੂੰ। ਉਧਰ ਮੌਤਾਂ ਦੇ ਅੰਕੜਿਆਂ ਦੀ ਗੱਲ ਕਰੀਏ ਤੇ 34 ਅਜਿਹੇ ਲੋਕ ਨੇ ਜੋ ਕਿ ਵਾਇਰਸ ਤੋਂ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਨੇ। ਤੇ ਜਲੰਧਰ ਹੌਟਸਪੌਟਸ ਦੇ ਵਿੱਚੋਂ ਹੀ ਇੱਕ ਹੈ ਜਿੱਥੇ ਕਿ ਲਗਾਤਾਰ ਇਹ ਅੰਕੜਾ ਜਿਹੜਾ ਹੈ ਉਹ ਵੱਧ ਰਿਹਾ ਹੈ ਔਰ ਹੁਣ ਤੱਕ ਵੀ 584 ਲੋਕ ਉਹ ਨੇ ਜੋ ਕਿ ਹਜੇ ਵੀ ਵਾਇਰਸ ਦੀ ਚਪੇਟ ਵਿੱਚ ਨੇ, ਯਾਨੀ ਕਿ ਕੋਰੋਨਾ ਵਾਇਰਸ ਦੇ ਖਿਲਾਫ ਹਜੇ ਜੰਗ ਲੜ ਰਹੇ ਨੇ। ਤੇ
ਤੇ ਸੂਬੇ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਨੇ, ਜਿਸ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਵੀ ਸਖਤ ਕਦਮ ਚੁੱਕੇ ਜਾ ਰਹੇ ਨੇ। ਫਾਜ਼ਿਲਕਾ ਦੇ ਵਿੱਚ ਹੁਣ ਸ਼ਨੀਵਾਰ ਨੂੰ ਵੀ ਲੋਕਡਾਊਨ ਰਹੇਗਾ ਤੇ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਿਆ ਜਾਏਗਾ। ਉਧਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀਕਐਂਡ ਲੋਕਡਾਊਨ ਦੀ ਤਿਆਰੀ ਦੇ ਵਿੱਚ ਹੈ, ਕਿਉਂਕਿ ਚੰਡੀਗੜ੍ਹ ਦੇ ਵਿੱਚ ਮਾਮਲੇ ਲਗਾਤਾਰ ਵਧ ਰਹੇ ਨੇ। ਪਰ ਪੰਜਾਬ ਸਰਕਾਰ ਚੰਡੀਗੜ੍ਹ ਦੇ ਵਿੱਚ ਵੀਕਐਂਡ ਲੋਕਡਾਊਨ ਦੇ ਹੱਕ ਦੇ ਵਿੱਚ ਨਹੀਂ ਹੈ। ਇਸ ਤੇ ਅੱਜ ਫੈਸਲਾ ਹੋਣਾ ਸੰਭਵ ਹੈ। ਦੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਇੱਕ ਫਾਜ਼ਿਲਕਾ ਦੀ, ਇੱਕ ਚੰਡੀਗੜ੍ਹ ਦੀ। ਫਾਜ਼ਿਲਕਾ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਸ਼ਨੀਵਾਰ ਨੂੰ ਵੀ ਹੁਣ ਦੁਕਾਨਾਂ ਬੰਦ ਰਹਿਣਗੀਆਂ। ਪਹਿਲਾਂ ਐਤਵਾਰ ਨੂੰ ਹੀ ਹੁੰਦੀਆਂ ਸੀ, ਹੁਣ ਸ਼ਨੀਵਾਰ ਨੂੰ ਵੀ ਬੰਦ ਰੱਖੀਆਂ ਜਾਣਗੀਆਂ ਕਿਉਂਕਿ ਲਗਾਤਾਰ ਕੇਸ ਵਧ ਰਹੇ ਨੇ ਤੇ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਫੈਸਲਾ ਲਿਆ ਗਿਆ। ਉਧਰ ਚੰਡੀਗੜ੍ਹ ਦੀ ਗੱਲ ਕਰੀਏ ਤੇ ਵੀਕਐਂਡ ਲੋਕਡਾਊਨ ਤੇ ਅੱਜ ਜਿਹੜਾ ਫੈਸਲਾ ਹੋਣਾ ਉਹ ਸੰਭਵ ਹੈ ਅੱਜ, ਕਿਉਂਕਿ ਚੰਡੀਗੜ੍ਹ ਲੋਕਡਾਊਨ ਦੀ ਵੀਕਐਂਡ ਲੋਕਡਾਊਨ ਦੀ ਤਿਆਰੀ ਦੇ ਵਿੱਚ ਜੁਟਿਆ ਹੋਇਆ ਹੈ। ਯਾਨੀ ਕਿ शुक्रवार की शाम तो लैके सोमवार की सवेर तक लॉकडाउन रहेगा चंडीगढ़। इस ते हले फैसला होना संभव है क्योंकि इस दे विच पंजाब और हरियाणा की हजे राय जिहड़ी लई गई सी जो इस दे हक दे विच नहीं नितरे ने। हालांकि चंडीगढ़ प्रशासन वालों लॉकडाउन करने की कवायद जिहड़ी है उसनूं अमल दे विच लियाउण दी तैयारी की जा रही है। तस्वीरां तुसीं वेख सकदे हो, एक फाजिलका और एक चंडीगढ़। फाजिलका दे विच प्रशासन वल्लों एहतियात वजों हुण शनिवार नूं भी लॉकडाउन कर दिता गया। वीकेंड लॉकडाउन दे विच शनिवार नूं भी दुकानां जिहड़ियां ने ओह बंद रहणगीਆਂ। यानी कि जेकर तुसीं सड़कां ते निकलदे हो या कोई समान खरीदना चाहुंदे हो तो तुसीं वीक दे सैटरडे और शनिवार और एतवार नूं तुसीं नहीं खरीद सकदे कोई भी समान, तुहानूं सोमवार तक दा इंतजार करना होवेगा। उधर चंडीगढ़ की गल करिए तो हजे भी इस ते मंथन चल रहा है कि चंडीगढ़ दे विच वीकेंड लॉकडाउन लाना चाहिए कि नहीं लाना चाहिए। हालांकि पंजाब सरकार इस दे हक दे विच नहीं नितरी है, पर चंडीगढ़ प्रशासन वालों लगातार इस दी तैयारी जिहड़ी है वो अमल विच लियाउण दी तैयारी जिहड़ी है वो शुरू की जा रही है, क्योंकि चंडीगढ़ दे विच भी लगातार जिहड़ा अंकड़ा है वो वध रहा है और एहतियात वजों प्रशासन एक कदम चुकना चाह रहा है। ਤੁਹਾਨੂੰ ਦੱਸ ਦਈਏ ਕਿ ਕੋਵਿਡ-19 ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਸਮੇਤ ਸਾਰੇ ਸੂਬਿਆਂ ਤੇ ਹੈ, ਦੇਸ਼ 'ਚ ਹੈ, ਦੁਨੀਆ ਦੇ ਵਿੱਚ ਹੈ ਔਰ ਲਗਾਤਾਰ ਜਿਹੜਾ ਅੰਕੜਾ ਹੈ ਉਹ ਵੱਧਦਾ ਜਾ ਰਿਹਾ ਹੈ। ਫਿਲਹਾਲ ਸਾਡੇ ਸਹਿਯੋਗੀ ਪੰਕਜ ਕਪਾਹੀ ਸਾਡੇ ਨਾਲ ਚੰਡੀਗੜ੍ਹ ਤੋਂ ਲਾਈਵ ਜੁੜ ਚੁੱਕੇ ਨੇ। पंकज, की कुछ हालात चंडीगढ़ दे अगर देखे गल करिए तो वीकेंड लॉकडाउन है उसते भी हजे गर्मा गर्मी चल रही है, हजे की कुछ फैसला होने की उम्मीद है कि अज हो सकता है फैसला? बिल्कुल, अज भी बैठक जी रखी गई है और अज इसे मुतलक चर्चा जी होएगी, क्योंकि पंजाब अते हरियाणा ਦੇ ਚੀਫ ਸੈਕਟਰੀ ਕੋਲੋਂ ਸੁਝਾਅ ਜਿਹੜਾ ਉਹ ਮੰਗਿਆ ਗਿਆ ਸੀਗਾ। ਹਾਲਾਂਕਿ ਪੰਜਾਬ ਸਰਕਾਰ ਅੱਜ ਕੈਬਨਿਟ ਤੋਂ ਬਾਅਦ ਜਿਹੜਾ ਵਾ ਉਹ ਫੈਸਲਾ ਦੇ ਸਕਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਲੋਕਡਾਊਨ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਇਸ ਮੁਤਲਕ ਜਿਹੜੀ ਸਲਾਹ ਹੈ ਜੋ ਚੰਡੀਗੜ੍ਹ ਵੱਲੋਂ ਮੰਗੀ ਗਈ ਸੀ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੰਗੀ ਗਈ ਸੀ, ਉਹ ਦਿੱਤੀ ਜਾਏਗੀ। ਔਰ ਅਜਿਹੇ 'ਚ ਕਿਉਂਕਿ ਅਸੀਂ ਦੇਖਿਆ ਕਿ ਛੁੱਟੀ ਵਾਲੇ ਦਿਨ ਖਾਸ ਤੌਰ ਤੇ शुक्रवार तो बाद शनिवार ऐतवार वाले दिन चंडीगढ़ के विच ज़्यादा लोग बाहर निकलते हैं और ये एक्सपेरीमेंट पंजाब ने किया, पंजाब सरकार ने एक्सपेरीमेंट किया कि पंजाब च वीकेंड लॉकडाउन लगाया गया, जिसनों कई होर सूबिया ने भी जिहड़ा वै उस तो बाद अपनाया। और चंडीगढ़ भी इसे करके जिहड़ा वै इसे गल ते चर्चा कर रहे हैं कि चंडीगढ़ दे विच वीकेंड लॉकडाउन लगना चाहिए या नहीं लगना चाहिए, क्योंकि असीं देखिया कि पंजाब दे विच भीड़ घटी जदों लॉकडाउन लग्या ਤਾਂ ਹੁਣ ਚੰਡੀਗੜ੍ਹ ਵੀ ਇਸੇ ਫਾਰਮੂਲੇ ਦੇ ਤਹਿਤ ਜਿਹੜਾ ਵਾ ਉਹ ਤਿਆਰੀ ਕਰ ਰਿਹਾ ਹੈ। जी पंकज, की कुछ लगता है अगर, क्योंकि आम लोग भी यही जानना चाहते होंगे ग्राउंड रियलिटी की है कि वाकई ही वीकेंड लॉकडाउन तो बाद की कुछ एक एहतियात वजों एक कदम हो सकता है, क्योंकि लोग भी ज्यादातर वीकेंड ते ही बाहर निकलते कि वाकई उन्होंने रोकने लिए ये स्टेप जिहड़ा ठीक है? बिल्कुल, क्योंकि 5 दिन लोग जिहड़े ने वो काम करते हैं और शनिवार ऐतवार वाले दिन छुट्टी हुंदी है और लोग देखते हैं कि 5 दिन काम करने तो बाद किसी मॉल दे विच जाया जाए, किसी धार्मिक थावां ते जाया जाए या फिर किसी रेस्टोरेंट दे विच खाना खाया जाए या फिर किसी पब्लिक प्लेस ते जिवें सैक्टर 17 है या फिर कुछ होर थावां ने उत्थे इकट्ठ ज़्यादा हो जाता है और प्रशासन दे लई चुनौती वध जाती है, क्योंकि खतरा घटिया नहीं है, वैक्सीन अजे तैयार नहीं हुई, कितनी लंबी ये लड़ाई होर ज़्यादा चलेगी ये अजे कोई कह नहीं सकता। और असी पिछले एक हफ्ते के आंकड़े देखिए जान तो 30,000 के करीब जिहड़े ने पूरे देश केसिस वध रहे हैं और चंडीगढ़ पंजाब च भी पिछले दिनों के मुकाबले पिछले एक हफ्ते केसिस वधे ने। तो इसे दे तौर पर एहतियातन वरतते हुए चंडीगढ़ प्रशासन ये फार्मूला पंजाब वाला फार्मूला जिहड़ा चंडीगढ़ च भी लागू करना चाहता है, लेकिन पंजाब अते हरियाणा की सलाह आने तो बाद तो पंजाब हरियाणा की कुछ
ਇਸ ਮੁਤਲਕ ਮਸ਼ਵਰਾ ਦਿੰਦੇ ਨੇ, ਉਸ ਤੋਂ ਬਾਅਦ ਹੀ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਵਾ ਕੋਈ ਫੈਸਲਾ ਲਵੇਗਾ ਕਿ ਚੰਡੀਗੜ੍ਹ ਦੇ ਵਿੱਚ ਵੀਕਐਂਡ ਲੋਕਡਾਊਨ ਲੱਗੇਗਾ ਜਾਂ ਨਹੀਂ ਲੱਗੇਗਾ। जी, चंडीगढ़ ਦੇ ਵਿੱਚ ਵੀਕਐਂਡ ਲੋਕਡਾਊਨ ਲੱਗੇਗਾ ਜਾਂ ਨਹੀਂ ਲੱਗੇਗਾ, ਵਾਕਈ ਇਸ ਤੇ ਹਜੇ ਵੀ ਅਸਮੰਜਸ ਵਾਲੀ ਸਥਿਤੀ ਜ਼ਰੂਰ ਬਣੀ ਹੋਈ ਹੈ। ਸ਼ੁਕਰੀਆ ਪੰਕਜ ਤੁਹਾਡਾ। ਫਿਲਹਾਲ ਰੁਕ ਕਰ ਲੈਨੇ ਆ ਫਾਜ਼ਿਲਕਾ ਦਾ, ਜਿੱਥੇ ਸਾਡੇ ਸਹਿਯੋਗੀ ਸੁਰਿੰਦਰ ਗੋਇਲ ਸਾਡੇ ਨਾਲ ਜੁੜ ਚੁੱਕੇ ਨੇ ਲਾਈਵ। ਸੁਰਿੰਦਰ, ਹੁਣ ਫਾਜ਼ਿਲਕਾ ਦੇ ਵਿੱਚ ਜਿਹੜਾ ਹੈ ਵੀਕਐਂਡ ਲੋਕਡਾਊਨ ਦੇ ਵਿੱਚ ਸ਼ਨੀਵਾਰ ਨੂੰ ਵੀ ਐਡ ਕਰ ਲਿਆ ਗਿਆ, ਸ਼ਨੀਵਾਰ ਦੇ ਵਿੱਚ ਵੀ ਬਾਜ਼ਾਰ ਬੰਦ ਰਹਿਣਗੇ, ਤੇ ਕੀ ਕੁਝ ਅਪਡੇਟ ਹੈ ਤੁਹਾਡੇ ਕੋਲ? ਨਵਜੋਤ, ਤੁਹਾਨੂੰ ਦੱਸ ਦੇਣਾ ਚਾਹਾਂ ਕਿ ਜਿਸ ਤਰ੍ਹਾਂ ਕਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਔਰ ਸੰਖਿਆ ਲਗਾਤਾਰ ਵਧ ਰਹੀ, ਲੋਕਾਂ 'ਚ ਵੀ ਹੁਣ ਚਿੰਤਨ ਸ਼ੁਰੂ ਹੋ ਗਿਆ। ਜਦੋਂ ਕਿ ਪਹਿਲੇ ਲੋਕ ਇਸ ਗੱਲ 'ਚ ਪਰਵਾਹ ਨਹੀਂ ਕਰਦੇ ਸੀ, ਬੋਦਰ ਨਹੀਂ ਕਰਦੇ ਸੀ, ਪਰ ਹੁਣ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਵਪਾਰ ਮੰਡਲ ਨੇ ਖੁਦ ਪ੍ਰਸ਼ਾਸਨ ਨੂੰ ਅਪਰੋਚ ਕਰਕੇ ਮੀਟਿੰਗ ਕੀਤੀ ਔਰ ਕਿਹਾ ਹੈ ਵੀ ਅਸੀਂ ਸੈਚਰਡੇ ਔਰ ਸੰਡੇ ਦੁਕਾਨਾਂ ਬਿਲਕੁਲ ਬੰਦ ਰੱਖਾਂਗੇ। ਹੁਣ ਜਿਹੜੀ ਦੁਕਾਨਾਂ ਮਾਰਕੀਟ ਜਿਹੜੀ ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੀ ਖੁੱਲਣਗੀਆਂ, ਸੈਚਰਡੇ ਸੰਡੇ ਬਿਲਕੁਲ ਬੰਦ ਰਹੇਗਾ, ਤਾਂ ਕਿ ਜਿੰਨਾ ਵੀ ਬਚਾ ਹੈ ਕਰੋਨਾ ਤੋਂ ਬਚਿਆ ਜਾ ਸਕੇ ਉਹਨਾਂ ਬਚਣਾ ਚਾਹੀਦਾ ਹੈ। ਕਿਉਂਕਿ ਹੁਣ ਪਹਿਲੇ ਲੋਕਾਂ 'ਚ ਕੋਈ ਇੰਨੀ ਚਿੰਤਾ ਨਹੀਂ ਸੀ, ਪਰ ਹੁਣ ਜਿਸ ਤਰ੍ਹਾਂ ਦਾ ਕੇਸ ਵੱਧ ਰਿਹਾ ਹੁਣ ਲੋਕ ਥੋੜੀ ਚਿੰਤਨ ਕਰਨ ਲੱਗ ਪਏ ਨੇ, ਇਸ ਕਰਕੇ ਤਾਂ ਕਿ ਬਚਿਆ ਜਾ ਸਕੇ। ਔਰ ਦੇਖੋ ਬਚਾਅ ਵਿੱਚ ਹੀ ਬਚਾਅ ਹੈ ਨਵਜੋਤ। जी बिल्कुल सुरिंदर, बचाव ਦੇ ਵਿੱਚ ਹੀ ਬਚਾਏ ਔਰ ਇਹਤਿਆਤ ਵਰਤਣ ਦੀ ਬੇहद ਜ਼ਰੂਰਤ ਹੈ। ਅਗਰ ਫਾਜ਼ਿਲਕਾ ਦੀ ਨਾਰਮਲ ਗੱਲ ਕੀਤੀ ਜਾਏ ਤੇ ਮਾਰਕੀਟ ਵਿੱਚ ਤੁਸੀਂ ਵੀ ਘੁੰਮਦੇ ਹੋਗੇ, ਤੁਸੀਂ ਉੱਥੇ ਦਾ ਅੰਕੜਾ ਵੀ ਵੇਖਿਆ ਹੋਵੇਗਾ, ਕੀ ਕੁਝ ਪੂਰਾ ਟੋਟਲ ਕਾਊਂਟ ਹੈ ਅੰਕੜਿਆਂ ਦਾ ਫਾਜ਼ਿਲਕਾ ਦੇ ਵਿੱਚ, ਕੀ ਕੁਝ ਗਰਾਊਂਡ ਰਿਪੋਰਟ ਹੈ ਤੁਹਾਡੇ ਕੋਲ, ਕੀ ਕੁਝ ਸਥਿਤੀ ਬਣੀ ਹੋਈ ਹੈ ਕੋਰੋਨਾ ਵਾਇਰਸ ਨੂੰ ਲੈ ਕੇ? ਆਂਕੜਾ ਨੇ 154 ਟੋਟਲ ਜਿਹੜੇ ਪੇਸ਼ੈਂਟ ਇੱਥੇ ਦੇ ਉਹਨਾਂ ਦੇ ਆਏ ਸੀ, ਜਿਨ੍ਹਾਂ ਵਿੱਚੋਂ 44 ਇਸ ਟਾਈਮ ਐਕਟਿਵ ਨੇ, 109 ਜਿਹੜੇ ਨੇ ਠੀਕ ਹੋ ਕੇ ਜਾ ਚੁੱਕੇ ਨੇ, ਜਿਹਨਾਂ ਇੱਕ ਦੀ ਡੈਥ ਹੋ ਚੁੱਕੀ ਹੈ। ਪਰ ਜਿਸ ਤਰ੍ਹਾਂ ਦਾ ਆਂਕੜਾ ਪੰਜਾਬ 'ਚ ਹਰਿਆਣਾ 'ਚ ਸਾਰੇ ਦੇਸ਼ ਭਰ 'ਚ ਆ ਰਿਹਾ, ਜਿਸ ਤਰ੍ਹਾਂ 12 ਲੱਖ ਦੇ ਕਰੀਬ ਪੇਸ਼ੈਂਟ ਹੋ ਗਏ ਨੇ, ਇਸ ਗੱਲ 'ਚ ਲੈ ਕੇ ਹੁਣ ਲੋਕਾਂ ਨੂੰ ਬਹੁਤ ਚਿੰਤਾ ਹੋਣ ਲੱਗੀ। ਘਰ ਘਰ ਦੇ ਲੋਕ ਹੁਣ ਜਿਹੜੇ ਚਿੰਤਾ ਕਰਨ ਲੱਗ ਪਏ ਨੇ, ਜਿਹੜੇ ਕਿ ਲੋਕ ਪਹਿਲੇ ਮਾਸਕ ਵੀ ਲਗਾਉਂਦੇ ਸੀ ਹੁਣ ਮਾਸਕ ਵੀ ਲਗਾਉਣ ਲੱਗ ਪਏ। ਵਿਸ਼ੇਸ਼ ਤੁਹਾਨੂੰ ਦੱਸ ਦਿਆਂ ਨਵਜੋਤ ਕਿ ਇੱਥੇ ਜਿਹੜੇ ਬਾਰਡਰ ਦੇ ਲੋਕ ਨੇ ਇਹ ਕਰੋਨਾ ਦੀ ਪਹਿਲੇ ਪਰਵਾਹ ਹੀ ਨਹੀਂ ਕਰਦੇ ਸੀ, ਕਹਿੰਦੇ ਸਾਨੂੰ ਕਰੋਨਾ ਕੀ ਕਹਿ ਸਕਦਾ, ਸਾਡੇ ਤੇ ਕਰੋਨਾ ਕੀ ਚੜੂਗਾ। ਪਰ ਮਤਲਬ ਹੁਣ ਲੋਕਾਂ ਨੂੰ ਲੱਗਦਾ ਹੈ ਵੀ ਹੁਣ ਥੋੜੇ ਚਿੰਤਾ ਕਰਨ ਲੱਗ ਪਏ ਨੇ, ਤਾਂ ਕਿ ਜਿਹੜਾ ਕਿ ਹੁਣ ਪ੍ਰਸ਼ਾਸਨ ਵੀ ਜਿਹੜਾ ਗੰਭੀਰ ਪਹਿਲੇ ਵੀ ਸੀ ਹੁਣ ਵੀ ਹੋਇਆ। ਜਿਹੜਾ ਵਿਸ਼ੇਸ਼ ਕਰ ਵਪਾਰ ਮੰਡਲ ਲੱਗਿਆ ਆਇਆ ਕਿ ਵਪਾਰ ਮੰਡਲ ਹੁਣ ਖੁਦ ਫੈਸਲਾ ਕੀਤਾ ਕਿ ਦੁਕਾਨਾਂ ਨੇ ਉਹ ਸੈਚਰਡੇ ਸੰਡੇ ਬੰਦ ਕਰਾਂਗੇ। ਨਵਜੋਤ जी बिल्कुल, शुक्रिया तुहाडा सुरिंदर इस खबर ते पूरी जानकारी देने वास्ते। ते अंकड़े वध रहे ने, उस एहतियात वजों ही फाजिलका दे विच भी हुण शनिवार नूं जिहड़ियां ने दुकानां बंद रखण दा ऐलान कीता गया है और हुण तक सिर्फ एतवार नूं ही जिहड़ियां दुकानां बंद हुंदियां सी। और चंडीगढ़ दे विच अगर गल कीती जाए तो वीकेंड लॉकडाउन ते जिहड़ा अज फैसला है वो आना संभव है और शुक्रवार शाम तो सोमवार सवेर तक जिहड़ा लॉकडाउन है उसनूं रखिया जावेगा। और चंडीगढ़ दे विच ही हुण तक वीकेंड लॉकडाउन दा जिहड़ा फैसला है उसते हजे भी जिहड़ी असमंजस की स्थिति जरूर बनी हुई है, जो आज शायद साफ हो सकती है। ते लगातार भारत दे विच भी जिहड़ा एक केस है वो वध रहे ने। ਹੁਣ ਅੱਗੇ ਵਧਦੇ ਕੁਝ ਹੋਰ ਖਬਰਾਂ ਦਾ ਰੁਖ ਕਰ ਲੈਂਦੇ ਆ। ਫਿਲਹਾਲ ਅਗਲੀ ਵੱਡੀ ਖਬਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਨਾਲ ਜੁੜੀ ਹੋਈ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਨਾਲ ਜੁੜੀ ਹੋਈ ਵੱਡੀ ਖਬਰ, ਦਿੱਲੀ ਤੋਂ ਗੁਰੂਗ੍ਰਾਮ ਸ਼ਿਫਟ ਹੋਣਗੇ ਪ੍ਰਿਯੰਕਾ ਔਰ ਸੈਕਟਰ 42 ਤੋਂ ਡੀਐਲਐਫ ਅਰਾਲੀਆਸ ਦੇ ਵਿੱਚ ਸ਼ਿਫਟ ਹੋਣਗੇ ਔਰ ਦਿੱਲੀ ਦੇ ਵਿੱਚ ਸਰਕਾਰੀ ਮਕਾਨ ਖਾਲੀ ਕਰਨ ਦਾ ਜਿਹੜਾ ਉਹਨਾਂ ਨੂੰ ਨੋਟਿਸ ਮਿਲ ਚੁੱਕਿਆ ਹੈ। 1 ਅਗਸਤ ਤੱਕ ਪ੍ਰਿਯੰਕਾ ਨੂੰ ਇਹ ਸਰਕਾਰੀ ਨਿਵਾਸ ਜਿਹੜਾ ਹੈ ਉਹ ਖਾਲੀ ਕਰਨਾ ਹੋਵੇਗਾ। ਯਾਨੀ ਕਿ ਹੁਣ ਪ੍ਰਿਯੰਕਾ ਗਾਂਧੀ ਛੇਤੀ ਤੋਂ ਛੇਤੀ ਸ਼ਿਫਟ ਹੋ ਸਕਦੇ ਨੇ। ਸੈਕਟਰ 42 ਦੇ ਡੀਐਲਐਫ ਅਰਾਲੀਆਸ ਦੇ ਵਿੱਚ ਉਹ ਸ਼ਿਫਟ ਹੋਣਗੇ ਔਰ ਦਿੱਲੀ ਦੇ ਵਿੱਚ ਉਹਨਾਂ ਨੂੰ ਸਰਕਾਰੀ ਮਕਾਨ ਨੂੰ ਖਾਲੀ ਕਰਨ ਦਾ ਨੋਟਿਸ ਵੀ ਦਿੱਤਾ ਜਾ ਚੁੱਕਿਆ ਹੈ ਔਰ 1 ਅਗਸਤ ਤੱਕ ਦੀ ਉਹਨਾਂ ਨੂੰ ਡੈਡਲਾਈਨ ਦਿੱਤੀ ਜਾ ਚੁੱਕੀ ਹੈ ਕਿ 1 ਅਗਸਤ ਤੋਂ ਪਹਿਲਾਂ ਉਹਨਾਂ ਨੂੰ ਸ਼ਿਫਟ ਆਪਣਾ ਕਰਨਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਜਨਰਲ ਸਕੱਤਰ प्रियंका गांधी हुण छेती ही दिल्ली तो गुरुग्राम के डीएलएफ में गोल्फ कोर्स रोड स्थित अरालियाज बिल्डिंग में होगा। प्रियंका गांधी की एसपीजी सुरक्षा वापस लेने के बाद उन्हें 31 जुलाई तक अपना जो सरकारी बंगला है दिल्ली में उसे खाली करने का नोटिस दिया गया था और उसके बाद से ये चर्चाएं थी कि प्रियंका गांधी लखनऊ में शिफ्ट हो सकती हैं। लेकिन अब सूत्रों से ये जानकारी मिली है कि प्रियंका गांधी गुरुग्राम के अरालियाज बिल्डिंग में शिफ्ट होंगी।
यहाँ पर उनका जो सामान है उसे शिफ्ट कर दिया गया है। साथ ही जो सुरक्षा के लिहाज से जो जांच होनी थी वो जांच हो चुकी है और अब हम कह सकते हैं कि 31 तारीख से पहले प्रियंका गांधी यहाँ शिफ्ट हो जाएंगी। और जो जानकारी सूत्रों से मिल रही है वो यही है कि प्रियंका गांधी कुछ महीनों के लिए ही गुरुग्राम में शिफ्ट होंगी और उसके बाद वापस दिल्ली लौट जाएंगी। यानी कि राजनीति का केंद्र जो दिल्ली राजधानी है वहीं पर प्रियंका गांधी रहेंगी और वहीं से पूरे देश की राजनीति पर अपनी नज़र रखेंगी। लेकिन फिलहाल हम कह सकते हैं कि कुछ महीनों के लिए ही सही प्रियंका गांधी का जो नया पता है वो लोधी स्टेट से बदलकर अब गुरुग्राम के अरालियाज बिल्डिंग का होने वाला है। और यहाँ पर जो सोसाइटी है इसे गुरुग्राम की सबसे हाई प्रोफाइल सोसाइटी माना जाता है। साथ ही यहाँ पर जो सिक्योरिटी है वो बिल्डर के स्तर पर भी 3 टियर सिक्योरिटी है और इसके साथ साथ यहाँ पर काफ़ी हाई प्रोफाइल सोसाइटी होने के साथ साथ काफ़ी हाई प्रोफाइल लोग भी रहते हैं और सुरक्षा के लिहाज से भी काफ़ी सुरक्षित इस सोसाइटी को माना जाता है। तो फिलहाल लोधी स्टेट से बदलकर प्रियंका गांधी का नया पता गुरुग्राम के इसी डीएलएफ गोल्फ कोर्स की अरालियाज बिल्डिंग में होगा। कैमरामैन अशोक के साथ धर्मवीर शर्मा, न्यूज़ 18। ਤੇ ਤਸਵੀਰਾਂ ਤੁਸੀਂ ਗੁਰੂਗ੍ਰਾਮ ਤੋਂ ਦੇਖ ਰਹੇ ਸੀ, ਤਸਵੀਰਾਂ ਤੁਸੀਂ ਵੇਖ ਰਹੇ ਸੀ ਜਿਸ ਦੇ ਵਿੱਚ ਨਵਾਂ ਪਤਾ ਜਿਹੜਾ ਹੈ ਪ੍ਰਿਯੰਕਾ ਗਾਂਧੀ ਹੁਣ ਅਰਾਲਿਆਸ ਦੇ ਵਿੱਚ ਸ਼ਿਫਟ ਹੋਣ ਲੱਗਿਆ। ਫਿਲਹਾਲ ਸਾਡੇ ਸਹਿਯੋਗੀ धर्मवीर लाइव ਸਾਡੇ ਨਾਲ जुड़ चुके हैं इस लोकेशन तो। धर्मवीर, क्या कुछ जानकारी है आपके पास? उनका सामान शिफ्ट हो चुका है और आप कह भी रहे थे कि कुछ ही महीनों के लिए वो यहाँ अरालियास में शिफ्ट हुई हैं, इसके बाद वो वापस राजधानी शिफ्ट होंगी। बिल्कुल, देखिए पहले जो प्रियंका गांधी हैं वो लोधी स्टेट जो है दिल्ली में रह रही थी और उसके बाद जिस तरह से उनकी एसपीजी सुरक्षा वापस ली गई तो उसके बाद वो एक तरह से नियम कायदों के तहत वो वहां नहीं रह सकती थी, इसीलिए उनको नोटिस जारी किया गया था जिसमें कहा गया था कि 31 जुलाई तक उन्हें ये घर खाली करना होगा। और उसके बाद कयास ये लगाए जा रहे थे कि प्रियंका गांधी लखनऊ जा सकती है, लेकिन अब खबरें ये मिली हैं सूत्रों के हवाले से हमें कि जो प्रियंका गांधी हैं वो गुरुग्राम के अरालिया जो सोसाइटी है यहाँ पर वो शिफ्ट होने वाली है। यहाँ पर जो है वो उनका जो सामान है वो आ चुका है, घर का पूरी तरह से जो साजो सामान है वो लगाया जा चुका है, पूरी तैयारियां कर ली गई हैं और यही माना जा रहा है कि 31 जुलाई तक वो यहाँ शिफ्ट हो जाएंगी। इस अरालिया सोसाइटी के बारे में अगर मैं आपको बताऊं तो ये गुरुग्राम की सबसे महंगी सोसाइटी में से एक है, जो कि गुरुग्राम के डीएलएफ गोल्फ कोर्स के अंदर ये स्थित है। 3 टियर सिक्योरिटी यहाँ पर बिल्डर की तरफ से है, इसके अलावा प्राइवेट सिक्योरिटी भी प्रियंका गांधी के पास होगी। और यहाँ पर जो अपार्टमेंट्स हैं वो 4 BHK और 5 BHK अपार्टमेंट्स हैं, जिसमें 4 BHK अपार्टमेंट की जो कीमत है वो 12 करोड़ से 14 करोड़ है, जबकि 5 BHK अपार्टमेंट की जो कीमत है वो 17 करोड़ से 20 करोड़ है। तो इसी से आप अंदाजा लगाइए कि कितना महंगा ये इलाका है और कितना VIP ये इलाका है। जी बिल्कुल धर्मवीर, तस्वीरें जरूर देखना चाहेंगे एक बार अरालियास की। और सिक्योरिटी के बारे में आप बता रहे थे 3 टियर सिक्योरिटी दी गई है, क्या कुछ क्योंकि राजनीतिक भी इसमें एक राजनीतिक एंगल देखे तो वाकई उनसे सिक्योरिटी भी उनकी जब कम की गई थी उसके बाद अब एक तरह से उनसे जो ये सरकारी निवास छीन लिया गया है, तो अब इसके बाद आप कह रहे कुछ महीनों के लिए वो यहां रुकेंगे, उसके बाद क्या हो सकता है कि दोबारा उन्हें सरकारी निवास मिले या कुछ? बिल्कुल, देखिए प्रियंका गांधी कुछ महीनों के लिए ही यहाँ आ रही हैं। जो हमें सूत्रों से जानकारी मिली है कि वो करीब 3 महीने के आसपास जो है वो यहाँ रहेंगी और उसके बाद वापस दिल्ली चली जाएंगी। दिल्ली उनका अपना घर जो है वो बन रहा है, जो तैयार हो रहा है, और उसके बाद वो वहां पर शिफ्ट हो जाएंगी। जहां तक यहाँ सिक्योरिटी की बात है तो यहाँ का जो मुख्य गेट है वहां पर आपको सबसे पहले जिससे आप मिलने जा रहे हैं वो जब तक ईमेल के जरिए आप रिक्वेस्ट नहीं देंगे तब तक आपको इस इलाके के अंदर एंट्री नहीं मिलेगी। और उसके बाद करीब 200 मीटर के बाद एक दूसरी सिक्योरिटी लेयर है और उसके बाद जैसे ही आप सोसाइटी के बाहर पहुंचते हैं तो तीसरी सिक्योरिटी लेयर है। यानी कि यहाँ पर जिससे भी आप मिलने जा रहे हैं उस तक पहुंचने के लिए आपको 3 सिक्योरिटी जो है उसको पार करना होगा। और इतना ही नहीं, यहाँ पर जो पूरा गोल्फ कोर्स रोड है ये कई सौ एकड़ में फैला हुआ है और यहाँ पर आम आदमी की कोई भी एंट्री नहीं है, सिर्फ जो रहने वाले लोग हैं वही आ जा सकते हैं। इसके अलावा अगर किसी को आना होगा तो उसको काफी सारी चीजों से गुजरना होगा, कई सारी सिक्योरिटी जो है उनसे गुजरना होगा। जी शुक्रिया धर्मवीर आपका इस खबर पर तमाम जानकारी देने के लिए। कांग्रेस जनरल सकत्तर प्रियंका गांधी हुण एक नवे एड्रेस वालों शिफ्ट हो गए, नवा घर ले चुके ने अरालियास दे विच और जल्दी ही उन्होंने सामान पहुंच चुके और जल्दी ही वो खुद भी उत्थे जाके मूव करनगे। इस दे नाल ही पूरी सिक्योरिटी दा ख्याल रखा गया है, कोई आम इंसान जिहड़ा है वो ऐदां ही अंदर दाखिल नहीं हो सकता। फिलहाल वेला एक छोटे ਜਿਹੇ कमर्शियल ब्रेक दा।